ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ। ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਬੇਸ ਦੇ ਉੱਤੇ ਪੰਜਾਬੀ ਗ੍ਰਾਮਰ ਦੇ ਹਰ ਇੱਕ ਟੌਪਿਕ ਨੂੰ ਪੂਰੀ ਡਿਟੇਲ ਦੇ ਨਾਲ ਕਰ ਰਹੇ ਹਾਂ, ਅਤੇ ਆਫਟਰ ਦੈਟ ਉਹਨਾਂ ਦਾ ਦੇਖਦੇ ਹਾਂ ਕਿ ਹਰ ਇੱਕ ਟੌਪਿਕ ਦੇ ਵਿੱਚੋਂ ਥਿਓਰੀ ਦੇ ਵਿੱਚੋਂ ਐਗਜ਼ਾਮੀਨਰ ਹੈ ਜੋ ਉਹ ਕਿਸ ਤਰੀਕੇ ਦੇ ਕੁਐਸਚਨ ਪੁੱਟ ਕਰ ਸਕਦਾ ਹੈ, ਅਤੇ ਪ੍ਰੀਵੀਅਸ ਈਅਰ ਦੇ ਵਿੱਚ ਉਸਨੇ ਕਿਸ ਤਰੀਕੇ ਦੇ ਕੁਐਸਚਨਸ ਨੂੰ ਪੁੱਟ ਕੀਤਾ ਹੋਇਆ। ਪੂਰੀ ਡਿਟੇਲ ਦੇ ਤੁਹਾਨੂੰ ਹਰ ਇੱਕ ਟੌਪਿਕ ਤੁਹਾਨੂੰ ਕਵਰ ਕਰਵਾਇਆ ਗਿਆ ਹੈ। ਫਸਟਲੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤਾਂ ਤੁਸੀਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਜੋ ਅਸੀਂ ਹੋਰ ਮੋਟੀਵੇਟ ਹੋ ਕੇ ਤੁਹਾਡੇ ਲਈ ਵਧੀਆ ਕੰਟੈਂਟ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਸਕੇ। ਸੋ ਅੱਜ ਆਪਣਾ ਜੋ ਲੈਕਚਰ ਰਹੇਗਾ ਪੰਜਾਬੀ ਗ੍ਰਾਮਰ ਦਾ, ਜਿਹਦੇ ਵਿੱਚ ਆਪਾਂ ਮੋਸਟ ਆਫ ਜਿੰਨੇ ਮਿਸਲੀਨੀਅਸ ਕੰਸੈਪਟ ਨੇ, ਜਿਵੇਂ ਬੋਲੀ ਹੋ ਗਿਆ, ਭਾਸ਼ਾ ਹੋ ਗਿਆ, ਵਿਅੰਜਨ ਹੋ ਗਿਆ, ਸਵਰ ਹੋ ਗਿਆ, ਇਹ ਸਾਰੇ ਹੀ ਮਿਸਲੀਨੀਅਸ ਜਿਹੜੇ ਕੰਸੈਪਟ ਨੇ ਸਭ ਨੂੰ ਡਿਸਕਸ ਕਰਾਂਗੇ ਪੂਰੀ ਡਿਟੇਲ ਦੇ ਨਾਲ। ਉਹਦੀਆਂ ਕਿੰਨੀਆਂ ਟਾਈਪਸ ਨੇ, ਕੀ ਉਹਦੇ ਵਿੱਚ ਉਹ ਸਭ ਕੁਝ ਪੂਰੀ ਡਿਟੇਲ ਦੇ ਨਾਲ ਡਿਸਕਸ ਕਰਦੇ ਹੋਏ ਆਫਟਰ ਦੈਟ ਆਪਾਂ ਦੇਖਾਂਗੇ ਕਿ ਐਗਜ਼ਾਮੀਨਰ ਜੋ ਕੁਐਸਚਨ ਹੈ ਉਹ ਕਿਸ ਤਰੀਕੇ ਦੇ ਪੁੱਛ ਸਕਦਾ ਹੈ। ਸੋ ਪੰਜਾਬੀ ਤੇ ਇੰਗਲਿਸ਼ ਕੁਝ ਐਵੇਂ ਦੇ ਸਬਜੈਕਟ ਹੁੰਦੇ ਨੇ ਆਪਣੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਜੋ ਸਾਨੂੰ ਮੈਰਿਟ ਦੇ ਵਿੱਚ ਲੈ ਕੇ ਆਉਂਦੇ ਨੇ। ਬਾਕੀ ਤਾਂ ਦੇਖੋ ਇੱਕ ਆਪਾਂ ਨੂੰ ਕੰਪੀਟੀਸ਼ਨ ਦੇ ਵਿੱਚ ਰੱਖਦੇ ਨੇ ਬਾਕੀ ਸਬਜੈਕਟ। ਸੋ ਸਾਰੇ ਦੇ ਸਾਰੇ ਸਬਜੈਕਟਸ ਨੂੰ ਇੰਪੋਰਟੈਂਟ ਸਮਝਦੇ ਹੋਏ ਹੀ ਚੱਲਣਾ ਹੈ। ਸੋ ਆਪਾਂ ਅੱਜ ਦੇ ਲੈਕਚਰ ਨੂੰ ਸਟਾਰਟ ਕਰਦੇ ਹਾਂ। ਸੋ ਫਸਟ ਟੌਪਿਕ ਹੈ ਅੱਜ ਦਾ ਭਾਸ਼ਾ ਜਾਂ ਬੋਲੀ, ਕਿ ਭਾਸ਼ਾ ਕੀ ਹੁੰਦੀ ਹੈ ਜਾਂ ਬੋਲੀ ਕੀ ਹੁੰਦੀ ਹੈ। ਅਗਰ ਅਸੀਂ ਆਪਣੇ ਨੋਰਮਲ ਦੇਖੋ ਆਪਾਂ ਪੜ੍ਹਦੇ ਨਹੀਂ, ਬਿਨਾਂ ਪੜ੍ਹੇ ਆਪਾਂ ਇਸ ਕੁਐਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੀਏ, ਡੈਫੀਨੇਸ਼ਨ ਦੇਣ ਦੀ ਕੋਸ਼ਿਸ਼ ਕਰੀਏ ਕਿ ਭਾਸ਼ਾ ਜਾਂ ਬੋਲੀ ਹੁੰਦੀ ਕੀ ਹੈ। ਠੀਕ ਹੈ, ਦੇਖੋ ਜੇ ਮੈਂ ਬੋਲ ਨਾ ਸਕਾਂ ਕੀ ਮੈਂ ਆਪਣੇ ਵਿਚਾਰਾਂ ਨੂੰ ਤੁਹਾਡੇ ਸਾਹਮਣੇ ਰੱਖ ਸਕਦੀ ਹਾਂ? ਬਿਲਕੁਲ ਨਹੀਂ। ਕੀ ਮੈਂ ਆਪਣੇ ਖਿਆਲਾਂ ਨੂੰ, ਆਪਣੇ ਜਜ਼ਬਾਤਾਂ ਨੂੰ ਕਿਸੇ ਦੇ ਸਾਹਮਣੇ ਰੱਖ ਸਕਦੀ ਹਾਂ ਅਗਰ ਮੈਂ ਬੋਲ ਨਾ ਸਕਾਂ, ਅਗਰ ਮੈਨੂੰ ਭਾਸ਼ਾ ਦਾ ਨਾ ਪਤਾ ਹੋਵੇ? ਸੋ ਇਨ ਅ ਸਿੰਪਲ ਵੇ ਆਪਾਂ ਕਹਿ ਸਕਦੇ ਹਾਂ ਭਾਸ਼ਾ ਜੋ ਬੋਲੀ ਕੀ ਹੁੰਦੀ ਹੈ, ਜੋ ਸਾਡੇ ਮਨ ਦੇ ਵਿਚਾਰਾਂ ਨੂੰ, ਭਾਵਾਂ ਨੂੰ ਪਰ ਦੂਸਰੇ ਦੇ ਸਾਹਮਣੇ ਪ੍ਰਗਟ ਕਰਨ ਦੇ ਲਈ, ਆਪਣੇ ਮਨ ਦੇ ਵਿਚਾਰਾਂ ਜਾਂ ਭਾਵਾਂ ਨੂੰ ਦੂਸਰੇ ਇਨਸਾਨ ਦੇ ਅੱਗੇ ਪ੍ਰਗਟ ਕਰਨ ਦੇ ਲਈ ਜਿਸ ਸਾਧਨ ਦੀ ਅਸੀਂ ਵਰਤੋਂ ਕਰਦੇ ਹਾਂ ਉਸਨੂੰ ਕੀ ਕਿਹਾ ਜਾਂਦਾ ਹੈ? ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਸੋ ਡੈਫੀਨੇਸ਼ਨ ਦੇਖੋ, ਕਹਿੰਦੇ ਭਾਸ਼ਾ ਸੰਚਾਰ ਦਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਤੇ ਮਨ ਦੇ ਹਾਵ ਭਾਵਾਂ ਨੂੰ ਦੂਸਰੇ ਸਾਹਮਣੇ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰ ਸਕਦਾ ਹੈ। ਦੇਖੋ ਅਸੀਂ ਆਪਣੇ ਮਨ ਦੇ ਭਾਵਾਂ ਨੂੰ, ਆਪਣੇ ਮਨ ਦੇ ਵਿਚਾਰਾਂ ਨੂੰ ਕਿਸੇ ਸਾਹਮਣੇ ਅਗਰ ਪ੍ਰਗਟ ਕਰਨਾ ਹੈ ਤਾਂ ਅਸੀਂ ਦੋ ਚੀਜ਼ਾਂ ਨੂੰ ਅਪਣਾ ਸਕਦੇ ਹਾਂ, ਜਾਂ ਤਾਂ ਅਸੀਂ ਬੋਲ ਕੇ ਜਾਂ ਅਸੀਂ ਲਿਖ ਕੇ। ਸੋ ਬੋਲ ਕੇ ਜਾਂ ਲਿਖ ਕੇ ਜਿਵੇਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ, ਦੋਨੋਂ ਦੇ ਦੋਨੋਂ ਹੀ ਕੀ ਕਹਿਲਾਉਂਦੇ ਨੇ? ਦੋਨੋਂ ਭਾਸ਼ਾ ਜੋ ਬੋਲੀ ਕਹਿਲਾਉਂਦੇ ਨੇ। ਉਸ ਤੋਂ ਬਾਅਦ ਦੇਖਿਆ ਜਾਵੇ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਜੇ ਦੇਖਿਆ ਜਾਵੇ ਕਿ ਭਾਸ਼ਾ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਤਾਂ ਭਾਸ਼ਾ ਦੋ ਤਰੀਕੇ ਦੀ ਹੁੰਦੀ ਹੈ, ਜੋ ਆਪਾਂ ਨੂੰ ਡੈਫੀਨੇਸ਼ਨ ਦੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਭਾਸ਼ਾ ਦੋ ਤਰੀਕੇ ਦੀ ਹੁੰਦੀ ਹੈ। ਇੱਕ ਹੁੰਦੀ ਹੈ ਜੀ ਮੌਖਿਕ ਜਾਂ ਫਿਰ ਬੋਲਚਾਲ ਦੀ ਭਾਸ਼ਾ, ਜਾਂ ਫਿਰ ਲਿਖਤੀ ਜਾਂ ਸਾਹਿਤਿਕ ਭਾਸ਼ਾ। ਸੋ ਭਾਸ਼ਾ ਦੋ ਤਰੀਕੇ ਦੀ ਹੁੰਦੀ ਹੈ। ਭਾਸ਼ਾ ਦੀਆਂ ਅਗਰ ਐਗਜ਼ਾਮੀਨਰ ਕੁਐਸਚਨ ਪੁੱਛੇਗਾ ਕਿ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਾਂ ਆਨਸਰ ਕਰੋਗੇ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ, ਮੌਖਿਕ ਜਾਂ ਫਿਰ ਉਸਨੂੰ ਬੋਲਚਾਲ ਕਿਹਾ ਜਾਂਦਾ ਹੈ, ਜਾਂ ਫਿਰ ਲਿਖਤੀ ਜਿਸ ਨੂੰ ਸਾਹਿਤਿਕ ਵੀ ਕਿਹਾ ਜਾਂਦਾ ਹੈ। ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਨੇ। ਹੁਣ ਮੌਖਿਕ ਭਾਸ਼ਾ ਕਿਹੜੀ ਹੁੰਦੀ ਹੈ ਤੇ ਲਿਖਤੀ ਭਾਸ਼ਾ ਕਿਹੜੀ ਹੁੰਦੀ ਹੈ? ਇਹਨਾਂ ਸਿੰਪਲ ਵਰਡਸ ਬਿਨਾਂ ਪੜ੍ਹੇ ਹੀ ਆਨਸਰ ਕਰ ਸਕਦੇ ਹਾਂ ਕਿ ਮੌਖਿਕ ਭਾਸ਼ਾ ਕੀ ਹੁੰਦੀ ਹੈ, ਕਿ ਜਦੋਂ ਅਸੀਂ ਮਨ ਦੇ ਭਾਵਾਂ ਨੂੰ ਬੋਲ ਕੇ ਪ੍ਰਗਟ ਕਰ ਸਕੀਏ। ਠੀਕ ਹੈ, ਆਪਣੀ ਬੋਲੀ ਦੇ ਥਰੂ ਬੋਲ ਕੇ ਪ੍ਰਗਟ ਕਰ ਸਕੀਏ, ਉਸ ਨੂੰ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ। ਤੇ ਜਦੋਂ ਅਸੀਂ ਆਪਣੇ ਮਨ ਦੇ ਵਿਚਾਰਾਂ, ਹਾਵਾਂ ਭਾਵਾਂ ਨੂੰ ਲਿਖ ਕੇ ਪ੍ਰਗਟ ਕਰੀਏ, ਉਸ ਨੂੰ ਲਿਖਤੀ ਜਾਂ ਸਾਹਿਤਿਕ ਭਾਸ਼ਾ ਕਿਹਾ ਜਾਂਦਾ ਹੈ। ਸੋ ਇਹ ਸੀ ਬੋਲੀ ਜਾਂ ਭਾਸ਼ਾ ਕੀ ਹੁੰਦੀ ਹੈ। ਇਸ ਤੋਂ ਬਾਅਦ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਿਫਰੈਂਟ ਭਾਸ਼ਾ ਹੁੰਦੀਆਂ ਕੀ ਨੇ। ਜਿਵੇਂ ਮਾਤ ਭਾਸ਼ਾ ਕੀ ਹੁੰਦੀ ਹੈ, ਐਗਜ਼ਾਮੀਨਰ ਕੁਐਸਚਨ ਪੁੱਛ ਸਕਦਾ ਹੈ ਕਿ ਮਾਤ ਭਾਸ਼ਾ ਕੀ ਹੁੰਦੀ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜੋ ਬੱਚਾ ਆਪਣੇ ਘਰ ਤੋਂ, ਆਪਣੇ ਮਾਂ-ਬਾਪ ਜਾਂ ਆਪਣੀ, ਦੇਖੋ ਜਿੱਥੇ ਬੱਚੇ ਦਾ ਪਹਿਲਾ ਸਕੂਲ ਹੈ, ਬੱਚੇ ਦਾ ਪਹਿਲਾ ਸਕੂਲ ਕੀ ਹੈ? ਬੱਚੇ ਦਾ ਘਰ। ਜੋ ਭਾਸ਼ਾ ਉਹ ਆਪਣੇ ਘਰ ਤੋਂ, ਆਪਣੇ ਪਰਿਵਾਰਕ ਮੈਂਬਰਾਂ ਜਾਂ ਆਪਣੀ ਮਾਂ ਤੋਂ ਸਿੱਖਦਾ ਹੈ, ਮਦਰ ਤੋਂ ਸਿੱਖਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ? ਉਸਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ। ਜਿਹੜੀ ਭਾਸ਼ਾ ਬੱਚਾ ਆਪਣੇ ਜਨਮ ਲੈਣ ਤੋਂ ਬਾਅਦ ਆਪਣੇ ਘਰ ਤੋਂ, ਆਪਣੇ ਪਰਿਵਾਰਕ ਮੈਂਬਰਾਂ ਜਾਂ ਆਪਣੀ ਮਾਂ ਤੋਂ ਸਿੱਖਦਾ ਹੈ, ਉਸਨੂੰ ਮਾਤ ਭਾਸ਼ਾ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਰਾਜ ਭਾਸ਼ਾ ਕੀ ਹੁੰਦੀ ਹੈ? ਕਿਸੇ ਵੀ ਕੇਂਦਰ ਜਾਂ ਕਿਸੇ ਪ੍ਰਾਂਤ ਜਾਂ ਕਿਸੇ ਰਾਜ ਦੀ ਜਿਹੜੀ ਉਸ ਰਾਜ, ਕਿਸੇ ਰਾਜ ਜਾਂ ਪ੍ਰਾਂਤ ਦੇ ਵਿੱਚ ਸਭ ਤੋਂ ਜ਼ਿਆਦਾ ਬੋਲਣ ਵਾਲੀ ਭਾਸ਼ਾ, ਕਹਿੰਦੇ ਕਿਸੇ ਪ੍ਰਾਂਤ ਜਾਂ ਰਾਜ ਇਲਾਕੇ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ।
ਜਿਵੇਂ ਬੰਗਾਲ ਦੇ ਵਿੱਚ ਜ਼ਿਆਦਾਤਰ ਲੋਕ ਬੰਗਾਲੀ ਬੋਲਦੇ ਨੇ ਤਾਂ ਬੰਗਾਲ ਦੀ ਰਾਜ ਭਾਸ਼ਾ ਕੀ ਹੋਗੀ, ਬੰਗਾਲੀ ਹੋਗੀ। ਕੇਰਲ ਦੀ ਮਲਿਆਲਮ ਹੋਗੀ। ਪੰਜਾਬ ਦੇ ਵਿੱਚ ਫ੍ਰੀਕੁਐਂਟਲੀ ਕੀ ਬੋਲੀ ਜਾਂਦੀ ਹੈ, ਪੰਜਾਬੀ ਬੋਲੀ ਜਾਂਦੀ ਹੈ। ਸੋ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ ਉਹ ਕਿਹੜੀ ਹੈ, ਪੰਜਾਬੀ ਹੈ। ਸੋ ਜੀ ਮਾਤ ਭਾਸ਼ਾ ਜਿਹੜਾ ਬੱਚਾ ਆਪਣੇ ਘਰ ਤੋਂ ਸਿੱਖਦਾ ਹੈ ਤੇ ਰਾਜ ਭਾਸ਼ਾ ਜਿਹੜੀ ਕਿਸੇ ਪ੍ਰਾਂਤ ਜਾਂ ਰਾਜ ਦੇ ਵਿੱਚ ਬੋਲੀ ਜਾਂਦੀ ਹੈ। ਹੁਣ ਟਕਸਾਲੀ ਭਾਸ਼ਾ ਕੀ ਹੈ, ਐਗਜ਼ਾਮੀਨਰ ਇੱਥੋਂ ਕੁਐਸਚਨ ਬਹੁਤ ਵਾਰ ਪੁੱਛਦਾ ਹੈ, ਵੈਰੀ ਵੈਰੀ ਇੰਪੋਰਟੈਂਟ, ਕਿ ਟਕਸਾਲੀ ਭਾਸ਼ਾ, ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ। ਟਕਸਾਲੀ ਭਾਸ਼ਾ ਫਸਲੀ ਹੁੰਦੀ ਕੀ ਹੈ, ਜੇ ਸਿੰਪਲ ਵਰਡਸ ਦੇ ਵਿੱਚ ਦੇਖਿਆ ਜਾਵੇ, ਤੁਸੀਂ ਅਗਰ ਯਾਦ ਰੱਖਣਾ ਹੈ ਤਾਂ ਤੁਸੀਂ ਯਾਦ ਰੱਖਿਓ ਕਿ ਕਿਸੇ ਸਟੇਟ ਦੇ ਵਿੱਚ, ਕਿਸੇ ਸਟੇਟ ਦੇ ਜਿਹੜੇ ਗਵਰਨਮੈਂਟ ਆਫਿਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਭਾਸ਼ਾ ਦੇ ਵਿੱਚ ਕੰਮਕਾਰ ਕੀਤੇ ਜਾਂਦੇ ਨੇ ਉਸ ਨੂੰ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ। ਕਹਿੰਦੇ ਪੰਜਾਬੀ ਦੀ ਉਪਭਾਸ਼ਾਵਾਂ ਦੇ ਵਖਰੇਵਿਆਂ ਨੂੰ ਛੱਡ ਕੇ ਪੰਜਾਬ ਦੀ ਸਰਬ ਸਾਂਝੀ ਭਾਸ਼ਾ ਟਕਸਾਲੀ ਭਾਸ਼ਾ ਕਹਾਉਂਦੀ ਹੈ। ਕਹਿੰਦੇ ਪੰਜਾਬ ਦੀ ਜਿੰਨੀਆਂ ਵੀ ਉਪਭਾਸ਼ਾ ਨੇ ਉਹਨਾਂ ਦੇ ਆਪਸ ਦੇ ਵਿੱਚ ਜੋ ਡਿਫਰੈਂਸਿਸ ਨੇ ਉਹਨਾਂ ਨੂੰ ਛੱਡ ਕੇ ਜਿਹੜੀ ਸਭ ਦੀ ਸਰਬ ਸਾਂਝੀ ਭਾਸ਼ਾ ਹੈ, ਜਿਸ ਨੂੰ ਪੰਜਾਬ ਦੇ ਗਵਰਨਮੈਂਟ ਆਫਿਸਿਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਜਿਸ ਨੂੰ ਹਰ ਇੱਕ ਸਮਝ ਸਕਦਾ ਹੈ, ਸਭ ਦੀ ਸਰਬ ਸਾਂਝੀ ਭਾਸ਼ਾ ਕੀ ਅਖਵਾਉਂਦੀ ਹੈ, ਟਕਸਾਲੀ ਅਖਵਾਉਂਦੀ ਹੈ। ਤੇ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ, ਤਾਂ ਆਨਸਰ ਹੋਏਗਾ ਮਾਝੀ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਚੀਜ਼ ਹੈ। ਬਹੁਤ ਵਾਰ ਐਗਜ਼ਾਮੀਨਰ ਪੁੱਛਦਾ ਹੈ ਕਿ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ, ਤਾਂ ਆਨਸਰ ਹੋਏਗਾ ਪੰਜਾਬ ਦੀ ਟਕਸਾਲੀ ਭਾਸ਼ਾ ਹੈ ਜੀ ਸਾਡੀ ਮਾਝੀ। ਇਸ ਤੋਂ ਇਲਾਵਾ ਹੁਣ ਸਾਡੇ ਪੰਜਾਬ ਦੀਆਂ ਉਪ ਭਾਸ਼ਾਵਾਂ, ਠੀਕ ਹੈ, ਪੰਜਾਬੀ ਦੀਆਂ ਕਿਹੜੀਆਂ, ਦੇਖੋ ਪੰਜਾਬੀ ਸਾਡੀ ਕੀ ਹੈ, ਜੋ ਸਾਡੇ ਰਾਜ ਦੀ ਬੋਲੀ ਹੈ। ਪੰਜਾਬ ਦੀ ਰਾਜ ਬੋਲੀ ਕਿਹੜੀ ਹੈ, ਪੰਜਾਬੀ ਹੈ। ਬਟ ਪੰਜਾਬੀ ਬੋਲੀ ਦੀਆਂ ਵੀ ਅੱਗੋਂ ਕੁਝ ਉਪ ਭਾਸ਼ਾਵਾਂ ਨੇ। ਸੋ ਉਹਨਾਂ ਨੂੰ ਡਿਟੇਲ ਦੇ ਵਿੱਚ ਕਰਾਂਗੇ ਕਿ ਪੰਜਾਬ ਦੀਆਂ ਕਿਹੜੀਆਂ ਉਪ ਭਾਸ਼ਾਵਾਂ ਨੇ। ਸੋ ਜਦੋਂ ਮੈਂ ਤੁਹਾਨੂੰ ਪੰਜਾਬ ਦਾ ਜੀਓਗ੍ਰਾਫਿਕਲ ਏਰੀਆ ਸਮਝਾਇਆ ਸੀ, ਉਸ ਸਮੇਂ ਮੈਂ ਤੁਹਾਨੂੰ ਕੀ ਸਮਝਾਇਆ ਸੀ ਕਿ ਪੰਜਾਬ ਇਸ ਤਰੀਕੇ ਨਾਲ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਵੰਡਿਆ ਹੋਇਆ ਹੈ ਤੇ ਟ੍ਰਾਇੰਗੂਲਰ ਸ਼ੇਪ ਇੱਥੋਂ ਸਤਲੁਜ ਦਾ ਵਹਾਅ ਜਾਂਦਾ ਹੈ, ਇਹ ਬਿਆਸ ਨਦੀ ਹੈ ਤੇ ਇਹ ਰਾਵੀ ਨਦੀ ਹੈ। ਸਤਲੁਜ ਦੇ ਨੀਚੇ ਜਿਹੜਾ ਵੀ ਏਰੀਆ ਉਹ ਮਾਲਵਾ ਖਵਾਉਂਦਾ ਹੈ ਤੇ ਇੱਧਰ ਜੋ ਸਤਲੁਜ ਤੇ ਬਿਆਸ ਦੇ ਵਿਚਕਾਰ ਹੈ ਇਹ ਏਰੀਆ ਸਾਡਾ ਦੁਆਬਾ, ਤੇ ਇੱਧਰ ਬਿਆਸ ਤੇ ਰਾਵੀ ਦੇ ਵਿਚਕਾਰ ਜੋ ਏਰੀਆ ਉਸ ਨੂੰ ਮਾਝਾ ਕਿਹਾ ਜਾਂਦਾ ਹੈ। ਇੱਥੇ ਕੁਛ ਏਰੀਆ ਕੀ ਹੈ, ਪੁਆਧ ਹੈ। ਘੱਗਰ ਦੇ ਨੇੜੇ ਤੇੜੇ ਜੋ ਏਰੀਆ ਉਹ ਕੀ ਅਖਵਾਉਂਦਾ ਹੈ, ਪੁਆਧ ਅਖਵਾਉਂਦਾ ਹੈ। ਜੋ ਜਿਸ ਤਰੀਕੇ ਦੇ ਨਾਲ ਏਰੀਆ ਦੀ ਡਿਵੀਜ਼ਨ ਹੋਈ ਹੈ ਉਸੇ ਤਰੀਕੇ ਦੇ ਨਾਲ ਭਾਸ਼ਾਵਾਂ ਦੀ ਵੀ ਡਿਵੀਜ਼ਨ ਹੋਈ ਹੈ। ਜਿਹੜੇ ਲੋਕ ਇਸ ਮਾਝੇ ਏਰੀਏ ਦੇ ਵਿੱਚ ਰਹਿੰਦੇ ਨੇ, ਇਸ ਏਰੀਏ ਦੇ ਵਿੱਚ ਰਾਵੀ ਤੇ ਬਿਆਸ ਦੇ ਵਿਚਕਾਰ ਰਹਿੰਦੇ ਨੇ, ਉਹ ਕਿਹੜੀ ਬੋਲੀ ਬੋਲਦੇ ਨੇ, ਉਹ ਮਾਝੀ ਬੋਲੀ ਬੋਲਦੇ ਨੇ। ਕਹਿੰਦੇ ਮਾਝੀ ਉਪਭਾਸ਼ਾ ਪੰਜਾਬ ਦੇ ਮਾਝਾ ਇਲਾਕਾ ਦੀ ਬੋਲੀ ਹੈ। ਕਹਿੰਦੇ ਜਿਹੜੀ ਮਾਝੀ ਉਪਭਾਸ਼ਾ ਹੈ ਉਹ ਪੰਜਾਬ ਦੇ ਮਾਝੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਦੁਆਰਾ ਬੋਲੀ ਜਾਂਦੀ ਹੈ। ਕਿਹੜੇ ਡਿਸਟ੍ਰਿਕਟਸ ਨੇ ਜੋ ਇਸ ਦੇ ਵਿੱਚ ਆਉਂਦੀਆਂ ਨੇ, ਕਿਹੜੇ ਜ਼ਿਲ੍ਹੇ ਨੇ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਤਹਿਸੀਲ ਬਟਾਲਾ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਮਾਝੀ ਕਹਿੰਦੀ ਹੈ। ਇਸੇ ਤਰੀਕੇ ਦੇ ਨਾਲ ਦੁਆਬੀ ਭਾਸ਼ਾ ਕਿਹੜੀ ਹੋਗੀ, ਜਿਹੜੀ ਦੁਆਬ ਦੇ ਰੀਜਨ, ਹੁਸ਼ਿਆਰਪੁਰ, ਜਲੰਧਰ ਵਰਗੇ ਰੀਜਨ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਉਸ ਨੂੰ ਦੁਆਬੀ ਭਾਸ਼ਾ ਕਿਹਾ ਜਾਂਦਾ ਹੈ। ਤੇ ਦੁਆਬੀ ਭਾਸ਼ਾ ਕਿਹੜੀ ਡਿਸਟ੍ਰਿਕਟਸ ਦੇ ਵਿੱਚ, ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਇਹਨਾਂ ਦੇ ਵਿੱਚ ਕੀ ਬੋਲੀ ਜਾਂਦੀ ਹੈ, ਸਾਡੀ ਦੁਆਬੀ ਭਾਸ਼ਾ ਬੋਲੀ ਜਾਂਦੀ ਹੈ। ਤੇ ਸਭ ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਏਗੀ, ਮਲਵਈ ਭਾਸ਼ਾ, ਕਿਉਂਕਿ ਸਭ ਤੋਂ ਵੱਡਾ ਪਾਰਟ ਸਤਲੁਜ ਦੇ ਨੀਚੇ ਸਭ ਤੋਂ ਵੱਡਾ ਪਾਰਟ ਕਿਹੜਾ, ਮਾਲਵਾ ਰੀਜਨ ਹੈ ਤੇ ਮਾਲਵਾ ਦੇ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ, ਮਾਲਵਾ ਦੇ ਵਿੱਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ। ਭਾਸ਼ਾ ਨਹੀਂ ਕਹਿਣਾ, ਭਾਸ਼ਾ ਕਹਿਣ ਦੀ ਗਲਤੀ ਨਹੀਂ ਕਰਨੀ, ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ। ਮਲਵਈ ਕੀ ਹੈ, ਸਾਡੇ ਪੰਜਾਬੀ ਭਾਸ਼ਾ ਦੀ ਉਪਭਾਸ਼ਾ ਹੈ। ਠੀਕ ਹੈ ਜੀ। ਕਿਹੜੇ ਖੇਤਰਾਂ ਦੇ ਵਿੱਚ ਬੋਲੀ ਜਾਂਦੀ ਹੈ, ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਲੁਧਿਆਣਾ, ਮੁਕਤਸਰ, ਮਾਨਸਾ, ਫਾਜ਼ਿਲਕਾ, ਫਰੀਦਕੋਟ, ਮੋਗਾ, ਪਟਿਆਲਾ, ਬਰਨਾਲਾ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਵੀ ਖੇਤਰ ਮਾਲਵਾ ਏਰੀਆ ਦੇ ਵਿੱਚ ਪੈਂਦੇ ਨੇ ਉੱਥੇ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ, ਉੱਥੇ ਮਲਵਈ ਭਾਸ਼ਾ ਬੋਲੀ ਜਾਂਦੀ ਹੈ। ਨੈਕਸਟ ਆ ਜਾਂਦੀ ਹੈ ਜੀ ਉਪਭਾਸ਼ਾ ਪੁਆਧੀ, ਘੱਗਰ ਵਾਲੇ ਇਲਾਕੇ, ਇੱਥੇ ਥੋੜਾ ਜਿਹਾ ਪਾਰਟ ਹੈ ਜੋ ਪੁਆਧ ਦੇ ਵਿੱਚ ਪੈਂਦਾ ਹੈ। ਤੇ ਕਿੱਥੋਂ ਕਹਿੰਦੇ ਪੁਆਧੀ
ਉਪਭਾਸ਼ਾ ਜ਼ਿਲ੍ਹਾ ਰੋਪੜ ਸੰਗਰੂਰ ਦੇ ਪੂਰਬੀ ਅੱਧ ਜ਼ਿਲ੍ਹਾ ਲੁਧਿਆਣਾ ਰੋਪੜ ਅੰਬਾਲਾ ਪਟਿਆਲਾ ਦੇ ਏਰੀਆ ਦੇ ਵਿੱਚ ਜਿਹੜੇ ਏਰੀਏ ਪੁਆਧ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਉੱਥੇ ਕੀ ਬੋਲੀ ਜਾਂਦੀ ਹੈ, ਪੁਆਧੀ ਭਾਸ਼ਾ ਬੋਲੀ ਜਾਂਦੀ ਹੈ। ਨੈਕਸਟ ਹੈ ਡੋਗਰੀ, ਵੈਰੀ ਵੈਰੀ ਇੰਪੋਰਟੈਂਟ, ਐਗਜ਼ਾਮ ਦੇ ਵਿੱਚ ਬਹੁਤ ਵਾਰ ਇੱਥੋਂ ਕੁਐਸਚਨ ਪੁੱਛਿਆ ਗਿਆ ਡੋਗਰੀ ਭਾਸ਼ਾ ਚੋਂ। ਕਹਿੰਦੇ ਇਹ ਜੰਮੂ ਤੇ ਕਾਂਗੜੇ ਦੀ ਉਪਭਾਸ਼ਾ ਹੈ। ਕਿਹੜੇ ਏਰੀਏ ਦੀ? ਇਹ ਜੰਮੂ ਐਂਡ ਕਾਂਗੜੇ ਦੀ ਉਪਭਾਸ਼ਾ ਹੈ। ਇਹ ਭਾਸ਼ਾ ਕਠੂਆ, ਜੰਮੂ, ਉਧਮਪੁਰ, ਕਾਂਗੜਾ, ਧਰਮਸ਼ਾਲਾ ਤੇ ਸਿਆਲਕੋਟ ਦੇ ਏਰੀਏ ਦੇ ਵਿੱਚ ਬੋਲੀ ਜਾਂਦੀ ਹੈ। ਵੈਰੀ ਵੈਰੀ ਇੰਪੋਰਟੈਂਟ ਹੈ ਕਿਹੜੀ? ਡੋਗਰੀ ਭਾਸ਼ਾ। ਇਹ ਕਿਹਦੀ ਉਪਭਾਸ਼ਾ ਹੈ? ਇਹ ਜੰਮੂ ਕਸ਼ਮੀਰ ਕਾਂਗੜੇ ਵੱਲ ਦੀ ਉਪਭਾਸ਼ਾ ਕਹਿਲਾਉਂਦੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਪੋਠੋਹਾਰੀ ਤੇ ਮੁਲਤਾਨੀ ਭਾਸ਼ਾ ਦੀ। ਬਹੁਤ ਵਾਰ ਐਗਜ਼ਾਮੀਨਰ ਨੇ ਇੱਥੋਂ ਕੁਐਸਚਨ ਪੁੱਛਿਆ ਡੋਗਰੀ ਭਾਸ਼ਾ, ਮਾਝੀ ਭਾਸ਼ਾ, ਪੋਠੋਹਾਰੀ ਭਾਸ਼ਾ ਤੇ ਮੁਲਤਾਨੀ ਭਾਸ਼ਾ ਦੇ ਵਿੱਚੋਂ। ਦੇਖੋ ਪੋਠੋਹਾਰੀ ਤੇ ਮੁਲਤਾਨੀ ਭਾਸ਼ਾ ਇਹ ਦੋਨੋਂ ਦੀਆਂ ਦੋਨੋਂ ਹੀ ਪੰਜਾਬੀ ਦੀਆਂ ਉਪਭਾਸ਼ਾਵਾਂ ਨੇ, ਬਟ ਇਹ ਦੋਨੋਂ ਹੀ ਕਿੱਥੇ ਬੋਲੀਆਂ ਜਾਂਦੀਆਂ ਨੇ? ਇਹ ਪਾਕਿਸਤਾਨ ਦੇ ਏਰੀਆ ਦੇ ਵਿੱਚ ਬੋਲੀਆਂ ਜਾਂਦੀ ਹੈ ਪੋਠੋਹਾਰੀ ਤੇ ਮੁਲਤਾਨੀ ਭਾਸ਼ਾ। ਕਹਿੰਦੇ ਮੁਲਤਾਨੀ ਪਾਕਿਸਤਾਨੀ ਪੰਜਾਬੀ ਦੀ ਟਕਸਾਲੀ ਰੂਪ ਹੈ। ਠੀਕ ਹੈ, ਪਾਕਿਸਤਾਨੀ ਭਾਸ਼ਾ ਦਾ ਟਕਸਾਲੀ ਰੂਪ ਕੀ ਹੈ? ਮੁਲਤਾਨੀ ਭਾਸ਼ਾ ਹੈ। ਸੋ ਮੁਲਤਾਨੀ ਤੇ ਪੋਠੋਹਾਰੀ ਅਗਰ ਪੁੱਛਿਆ ਜਾਵੇ ਤਾਂ ਇਹ ਆਪਣੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਹੈ, ਬਾਕੀ ਸਾਡੇ ਪੰਜਾਬ ਦੇ ਇਲਾਕੇ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ। ਹੁਣ ਅੱਗੇ ਆਪਾਂ ਗੱਲ ਕਰਾਂਗੇ ਵਿਆਕਰਨ ਦੀ। ਦੇਖੋ ਵਿਆਕਰਨ ਕੀ ਹੁੰਦੀ ਹੈ? ਅਗਰ ਵਿਆਕਰਨ ਨੂੰ ਆਪਾਂ ਆਪਣੇ ਇੱਕ ਸਿੰਪਲ ਵਰਡਸ ਦੇ ਵਿੱਚ ਜਾਂ ਆਪਣੀ ਡੇਲੀ ਲਾਈਫ ਦੇ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹਾਂ ਉਸ ਚੀਜ਼ ਨਾਲ ਲਿੰਕ ਕਰਕੇ ਅਗਰ ਪੜ੍ਹਨ ਦੀ ਕੋਸ਼ਿਸ਼ ਕਰੀਏ, ਰੱਟਾ ਲਗਾਉਣ ਦੀ ਨਹੀਂ, ਸਮਝਣ ਦੀ ਕੋਸ਼ਿਸ਼ ਕਰੀਏ ਕਿ ਵਿਆਕਰਨ ਹੁੰਦੀ ਕੀ ਹੈ। ਦੇਖੋ ਵਿਆਕਰਨ ਹੈ, ਇੰਗਲਿਸ਼ ਦੇ ਵਿੱਚ ਇਸਨੂੰ ਗ੍ਰਾਮਰ ਕਹਿ ਦਿੰਦੇ ਨੇ। ਕੋਈ ਵੀ ਭਾਸ਼ਾ ਬਿਨਾਂ ਗ੍ਰਾਮਰ, ਕੀ ਇੰਗਲਿਸ਼ ਬਿਨਾਂ ਗ੍ਰਾਮਰ ਲਿਖੀ ਜਾ ਸਕਦੀ ਹੈ ਜਾਂ ਪੰਜਾਬੀ ਬਿਨਾਂ ਗ੍ਰਾਮਰ ਲਿਖੀ ਜਾ ਸਕਦੀ ਹੈ? ਨੋ। ਸੋ ਪੰਜਾਬੀ ਦੀ ਜਿਹੜੀ ਗ੍ਰਾਮਰ ਹੈ ਉਸਨੂੰ ਵਿਆਕਰਨ ਕਿਹਾ ਜਾਂਦਾ ਹੈ। ਠੀਕ ਹੈ ਜੀ। ਤੇ ਵਿਆਕਰਨ ਦੇ ਅਲੱਗ-ਅਲੱਗ ਭਾਗ ਨੇ। ਠੀਕ ਹੈ, ਐਗਜ਼ਾਮੀਨਰ ਸਭ ਤੋਂ ਪਹਿਲਾ ਕੁਐਸਚਨ ਇਹੀ ਪੁੱਛੇਗਾ ਕਿ ਵਿਆਕਰਨ ਦੇ ਕਿੰਨੇ ਭਾਗ ਨੇ? ਸੋ ਸਾਡਾ ਆਨਸਰ ਹੋਏਗਾ ਕਿ ਵਿਆਕਰਨ ਦੇ ਮੁੱਖ 4 ਭਾਗ ਮੰਨੇ ਜਾਂਦੇ ਨੇ। ਕਿਹੜੇ-ਕਿਹੜੇ? ਵਰਨ ਬੋਧ, ਸ਼ਬਦ ਬੋਧ, ਵਾਕ ਬੋਧ ਤੇ ਅਰਥ ਬੋਧ। ਠੀਕ ਹੈ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਵੈਰੀ ਵੈਰੀ ਇੰਪੋਰਟੈਂਟ ਕਨਸੈਪਟ ਹੈ। ਬਹੁਤ ਵਾਰ ਐਗਜ਼ਾਮੀਨਰ ਇੱਥੋਂ ਕੁਐਸਚਨ ਪੁੱਛਦਾ ਹੈ। ਮਿਸਲੀਨੀਅਸ ਜੇ ਕਨਸੈਪਟ ਨੇ ਜਿਹੜੇ ਆਪਾਂ ਇਗਨੋਰ ਕਰ ਦਿੰਦੇ ਆ ਬਟ ਆਪਾਂ ਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ। ਸੋ ਵਿਆਕਰਨ ਦੇ ਟੋਟਲ ਕਿੰਨੇ ਭਾਗ ਨੇ? ਵਿਆਕਰਨ ਦੇ ਮੁੱਖ ਕਿੰਨੇ ਨੇ? 4 ਭਾਗ ਨੇ। ਕਿਹੜੇ-ਕਿਹੜੇ ਨੇ? ਵਰਨ ਬੋਧ, ਸ਼ਬਦ ਬੋਧ, ਵਾਕ ਬੋਧ ਤੇ ਅਰਥ ਬੋਧ। ਠੀਕ ਹੈ ਜੀ। ਅੱਗੇ ਆਪਾਂ ਗੱਲ ਕਰਾਂਗੇ, ਕਹਿੰਦੇ ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੇ ਵਰਨ ਨੇ? ਇਹ ਵੀ ਐਗਜ਼ਾਮੀਨਰ ਕੁਐਸਚਨ ਪੁੱਛ ਸਕਦਾ ਹੈ ਕਿ ਵਰਨ ਕਿੰਨੇ ਨੇ। ਦੇਖੋ ਵਰਨ ਹੋ ਗਿਆ ਸਾਡੇ ਅੱਖਰ, ਅੱਖਰਾਂ ਨੂੰ ਮਿਲ ਕੇ ਬਣਦਾ ਸਾਡਾ ਸ਼ਬਦ ਤੇ ਸ਼ਬਦਾਂ ਨੂੰ ਮਿਲ ਕੇ ਬਣਦਾ ਸਾਡਾ ਵਾਕ ਤੇ ਵਾਕ ਨੂੰ ਮਿਲ ਕੇ ਬਣੇਗਾ ਅਰਥ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਦੇਖੋ ਅਗਰ ਗੱਲ ਕਰੀਏ ਊੜਾ, ਐੜਾ, ਈੜੀ, ਸੱਸਾ, ਹਾਹਾ, ਇਹ ਸਭ ਕੀ ਨੇ? ਵਰਨ ਨੇ। ਠੀਕ ਹੈ, ਇਹ ਸਭ ਕੀ ਨੇ? ਵਰਨ ਨੇ ਜਾਂ ਇਹਨਾਂ ਨੂੰ ਅੱਖਰ ਕਹਿ ਦਿੰਦੇ ਆ। ਬਟ ਜਦੋਂ ਅਸੀਂ ਕੁਛ ਵਰਨਾਂ ਨੂੰ ਜੋੜ ਕੇ ਅਸੀਂ ਇੱਕ ਨਾਮ ਲਿਖਤਾ ਦਰਸ਼ਨ, ਦਰਸ਼ਨ ਕੀ ਬਣ ਗਿਆ? ਇੱਕ ਸ਼ਬਦ ਬਣ ਗਿਆ। ਕੀ ਬਣ ਗਿਆ? ਇਹ ਸ਼ਬਦ ਬੋਧ ਬਣ ਗਿਆ। ਦਰਸ਼ਨ ਕੀ ਕਰ ਰਿਹਾ ਹੈ? ਕਾਫੀ ਸ਼ਬਦਾਂ ਨੂੰ ਮਿਲ ਕੇ ਅਸੀਂ ਕੀ ਬਣਾਤਾ? ਇੱਕ ਵਾਕ ਬਣਾਤਾ ਤੇ ਵਾਕ ਨੂੰ ਮਿਲ ਕੇ ਕੀ ਬਣ ਗਿਆ? ਉਸ ਚੀਜ਼ ਦਾ ਅਰਥ ਬਣ ਗਿਆ। ਸੋ ਇਹ ਨੇ ਜੀ ਵਿਆਕਰਨ ਦੇ ਡਿਫਰੈਂਟ ਭਾਗ। ਪਹਿਲਾ ਹੁੰਦਾ ਵਰਨ, ਫਿਰ ਹੁੰਦਾ ਸ਼ਬਦ, ਫਿਰ ਹੁੰਦਾ ਵਾਕ ਤੇ ਫਿਰ ਉਹਦਾ ਨਿਕਲਦਾ ਹੈ ਅਰਥ ਨਿਕਲਦਾ ਹੈ। ਸੋ ਇਸੇ ਤਰੀਕੇ ਦੇ ਨਾਲ ਅਗਰ ਆਪਣੀ ਗੁਰਮੁਖੀ ਲਿਪੀ, ਸਾਡੀ ਕਿਹੜੀ ਗ੍ਰਾਮਰ ਹੈ? ਗੁਰਮੁਖੀ ਲਿਪੀ ਹੈ। ਪੰਜਾਬੀ ਨੂੰ ਲਿਖਿਆ ਕਾਹਦੇ ਨਾਲ ਜਾਂਦਾ ਹੈ? ਗੁਰਮੁਖੀ ਲਿਪੀ ਨਾਲ ਲਿਖਿਆ ਜਾਂਦਾ ਹੈ। ਤੇ ਗੁਰਮੁਖੀ ਲਿਪੀ ਦੇ ਟੋਟਲ ਕਿੰਨੇ ਵਰਨ ਨੇ? ਗੁਰਮੁਖੀ ਲਿਪੀ ਦੇ ਐਗਜ਼ਾਮ ਦੇ ਪੁੱਛਿਆ ਜਾਏਗਾ ਕਿੰਨੇ ਨੇ? 41 ਵਰਨ ਨੇ ਤੇ ਇਹਨਾਂ ਨੂੰ ਮੁੱਖ 2 ਭਾਗਾਂ ਵਿੱਚ ਵੰਡਿਆ ਗਿਆ। ਊੜਾ, ਐੜਾ, ਈੜੀ, ਸੱਸਾ, ਹਾਹਾ। ਇੱਥੋਂ ਇਹ ਪੂਰੇ ਊੜੇ ਆੜੇ ਦੇ ਵਿੱਚ ਕਿੰਨੇ ਵਰਨ ਨੇ? 41 ਵਰਨ ਨੇ ਤੇ ਇਹਨਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ। ਕਿਸ ਤਰੀਕੇ ਦੇ ਨਾਲ? ਸਵਰ ਤੇ ਵਿਅੰਜਨ। ਹੁਣ ਅਸੀਂ ਦੇਖਾਂਗੇ ਕਿ ਸਵਰ ਕੀ ਹੁੰਦੇ ਨੇ ਤੇ ਵਿਅੰਜਨ ਕੀ ਹੁੰਦੇ ਨੇ। ਦੇਖੋ ਸਵਰ, ਸਾਡੀ ਭਾਸ਼ਾ, ਸਾਡੀ ਗੁਰਮੁਖੀ ਲਿਪੀ ਦੇ ਸਿਰਫ 3 ਹੀ ਸਵਰ ਨੇ। ਸਵਰ ਹੁੰਦੇ ਕੀ ਨੇ? ਸਵਰ ਉਹ ਅੱਖਰ ਹੁੰਦੇ ਨੇ ਜਿਨ੍ਹਾਂ ਨੂੰ ਬਿਨਾਂ ਬੋਲੇ, ਬਿਨਾਂ ਸਾਹ ਰੁਕੇ ਬੋਲਿਆ ਜਾ ਸਕੇ। ਕਹਿੰਦੇ ਜਿਹੜੀਆਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਪੌਣ ਧਾਰਾ ਬੇਰੋਕ ਬਾਹਰ ਆਵੇ। ਕਹਿੰਦੇ ਜਿਨ੍ਹਾਂ ਸ਼ਬਦਾਂ ਨੂੰ ਉਚਾਰਨ ਸਮੇਂ, ਬੋਲਣ ਸਮੇਂ ਫੇਫੜਿਆਂ 'ਚੋਂ ਜਿਹੜੀ ਭਾਸ਼ਾ ਆ ਰਹੀ ਹੈ ਬਿਨਾਂ ਕਿਸੇ ਜਗ੍ਹਾ ਰੁਕੇ ਸਿੱਧੀ ਬਾਹਰ ਆਵੇ।
ठीक है, उन्होंने की कहा जाता है, स्वर कहा जाता है। ते पंजाबी भाषा दे टोटल किन्ने ने गुरमुखी लिपि दे 3 स्वर ने, केड़ा? कुछ अखर आप ही खुद उच्चारण करके देखो कि किहड़े अखर ने जिन्होंने बोले ते भाषा डायरैक्ट जो हवा है वो फेफड़ियां चों सीधी बाहर आ रही है, जिवें ऊड़ा ऐड़ा ईड़ी, ठीक है, ऊड़ा ऐड़ा ईड़ी। ਜਦੋਂ ਅਸੀਂ ਇਹਨੂੰ ਬੋਲਦੇ ਆ ਹਵਾ ਕਿਤੇ ਵੀ ਪੌਜ਼ ਨਹੀਂ ਕਰਦੀ, ਰੁਕਦੀ ਨਹੀਂ ਹੈ, ਊੜਾ ਐੜਾ ਈੜੀ। ਬਟ ਜਦੋਂ ਅੱਗੇ ਬੋਲਾਂਗੇ ਊੜਾ ਐੜਾ ਈੜੀ ਸੱਸਾ, ਜੇ ਸੱਸਾ ਬੋਲਿਆ ਤਾਂ ਹਵਾ ਅੱਗੇ ਸਟਕ ਕੀਤੀ ਹੈ, ਹਾ ਹਾ ਫਿਰ ਵੀ ਰੁਕੀ ਹੈ। ਬਟ ਊੜਾ ਐੜਾ ਈੜੀ ਦਾ ਉਚਾਰਨ ਕਰਨ ਸਮੇਂ ਜਿਹੜੀ ਹਵਾ ਹੈ ਉਹ ਸਿੱਧੀ ਫੇਫੜਿਆਂ ਤੋਂ ਮੂੰਹ ਤੋਂ ਬਾਹਰ ਆਉਂਦੀ ਹੈ, ਉਸਨੂੰ ਕਿਹਾ ਜਾਂਦਾ ਹੈ ਸਵਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਕਿੰਨੇ ਸਵਰ ਨੇ? 3 ਸਵਰ ਨੇ, ਕਿਹੜੇ ਕਿਹੜੇ ਨੇ? ਊੜਾ ਐੜਾ ਈੜੀ। ਇਹ ਨੀਚੇ ਤੁਹਾਨੂੰ ਸਵਰ ਧੁਨੀਆਂ ਦੱਸੀਆਂ ਗਈਆਂ ਨੇ, ਕਿੰਨੀਆਂ ਨੇ ਸਵਰ ਧੁਨੀਆਂ ਜੀ ਸਾਡੀਆਂ? 10, ਇਹ ਯਾਦ ਰੱਖਣੀਆਂ। ਨੈਕਸਟ ਹੈ ਜੀ ਵਿਅੰਜਨ। ਦੇਖੋ ਜਿਹੜੇ ਸਵਰ ਨਹੀਂ ਹੈਗੇ ਉਹ ਸਾਰੇ ਕੀ ਕਹਿਲਾਉਣਗੇ? ਵਿਅੰਜਨ ਕਹਿਲਾਉਣਗੇ। ਬਟ ਵਿਅੰਜਨ ਨੂੰ ਵੀ ਅੱਗੇ ਡਿਫਰੈਂਟ ਕੈਟਾਗਰੀ ਦੇ ਵਿੱਚ ਵੰਡਿਆ ਗਿਆ, ਕਿਹੜੇ ਕਿਹੜੇ? ਜਿੱਥੋਂ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ, ਜਿਵੇਂ ਕੰਠੀ ਵਿਅੰਜਨ, ਤਾਲਵੀ ਵਿਅੰਜਨ, ਉਲਟੀ ਜੀਵ ਵਿਅੰਜਨ, ਦੰਤੀ ਵਿਅੰਜਨ। ਤੇ ਨੈਕਸਟ ਹੈ ਜੀ ਸਾਡਾ ਦੋ ਹੋਠੀ ਤੇ ਨਾਸਕੀ ਵਿਅੰਜਨ। ਸੋ ਆਪਾਂ ਕੱਲੀ ਕੱਲੀ ਨੂੰ ਡਿਸਕਸ ਕਰਾਂਗੇ ਬਿਕਾਜ਼ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇਹ ਸਾਰੇ ਵਿਅੰਜਨ ਬਹੁਤ ਇੰਪੋਰਟੈਂਟ ਨੇ। ਸਵਰ ਕਿੰਨੇ ਨੇ? 3 ਹੀ ਨੇ, ਤੇ ਵਿਅੰਜਨ ਅੱਗੇ ਜਿੰਨੇ ਬਚ ਗਏ 41 ਦੇ ਵਿੱਚੋਂ ਸਾਰੇ ਦੇ ਸਾਰੇ ਸਾਡੇ ਕੀ ਨੇ? ਵਿਅੰਜਨ ਕਹਿਲਾਉਣਗੇ। ਤੇ ਵਿਅੰਜਨ ਸਭ ਤੋਂ ਪਹਿਲੀ ਟਾਈਪ ਹੈ ਜਿਹਦੀ ਕੰਠੀ ਵਿਅੰਜਨ। ਕੰਠ ਕੀ ਹੁੰਦਾ? ਸਾਡੇ ਗਲੇ ਵਾਲਾ, ਜਿਸ ਨੂੰ ਉਚਾਰਨ ਸਮੇਂ ਸਾਡੇ ਗਲੇ ਦੇ ਕੰਠ ਦੇ ਵਿੱਚੋਂ ਆਵਾਜ਼ ਆਵੇ। ਫੋਰ ਐਗਜ਼ਾਮਪਲ ਕੱਕਾ, ਖੱਖਾ, ਗੱਗਾ, ਕੱਗਾ। ਇੱਥੇ ਹੋਰ ਕਿਸੇ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ ਵਿਦਆਊਟ ਕੰਠ ਤੇ। ਇਹ ਸਾਡਾ ਜੋ ਪਾਰਟ ਹੁੰਦਾ ਕੰਠ ਕਹਿਲਾਉਂਦਾ ਹੈ। ਤੇ ਜੇ ਕੱਕਾ, ਖੱਖਾ, ਗੱਗਾ, ਘੱਗਾ ਅੰਗਾਂ ਦੀ ਜਦੋਂ ਅਸੀਂ ਉਚਾਰਨ ਕਰਦੇ ਹਾਂ ਤਾਂ ਸਾਡੀ ਆਵਾਜ਼ ਆ ਉਹ ਕੰਠ ਦੇ ਵਿੱਚ ਜ਼ਿਆਦਾ ਜ਼ੋਰ ਦਿੰਦੀ ਹੈ, ਇਹਨਾਂ ਨੂੰ ਕੰਠੀ ਵਿਅੰਜਨ ਕਿਹਾ ਜਾਂਦਾ ਹੈ। ਨੈਕਸਟ ਹੈ ਤਾਲਵੀ ਵਿਅੰਜਨ, ਜਿਸ ਦਾ ਉਚਾਰਨ ਕਰਨ ਸਮੇਂ ਜਿਹੜੀ ਜੀਭ ਹੈ ਉਹ ਸਾਡੇ ਤਾਲਵੀ ਜੋ ਅੰਦਰਲਾ ਉੱਪਰ ਵਾਲਾ ਪਾਰਟ ਹੁੰਦਾ ਸਾਡੇ ਮਾਊਥ ਦਾ, ਉਸਨੂੰ ਤਲੂਆ ਕਹਿੰਦੇ ਨੇ, ਠੀਕ ਹੈ। ਤਾਲਵੀ ਦੇ ਨਾਲ ਤਲੂਏ ਦੇ ਨਾਲ ਟੱਚ ਕਰੇ ਉਸਨੂੰ ਤਾਲਵੀ ਵਿਅੰਜਨ ਕਿਹਾ ਜਾਂਦਾ ਹੈ। ਉਚਾਰਨ ਕਰ ਸਕਦੇ ਹੋ ਚੱਚਾ, ਛੱਛਾ, ਜੱਜਾ, ਝੱਜਾ, ਇਆਂ। ਜਦੋਂ ਅਸੀਂ ਇਹਨਾਂ ਵਰਡ ਦਾ ਉਚਾਰਨ ਕਰਦੇ ਹਾਂ ਤਾਂ ਸਾਡੀ ਜੀਭ ਅੰਦਰ ਤਲੂਏ ਦੇ ਨਾਲ ਲੱਗਦੀ ਹੈ, ਉਹਨਾਂ ਨੂੰ ਤਾਲਵੀ ਵਿਅੰਜਨ ਕਿਹਾ ਜਾਂਦਾ ਹੈ। ਨੈਕਸਟ ਹੈ ਉਲਟੀ ਜੀਭ ਵਿਅੰਜਨ, ਜਿਨ੍ਹਾਂ ਸ਼ਬਦਾਂ ਦਾ ਉਚਾਰਨ ਕਰਨ ਸਮੇਂ ਸਾਡੀ ਜੀਭ ਹੈ ਜੋ ਉਲਟੀ ਹੁੰਦੀ ਹੈ, ਠੀਕ ਹੈ, ਫੋਲਡ ਹੁੰਦੀ ਹੈ, ਉਸਨੂੰ ਉਲਟੀ ਵਿਅੰਜਨ ਕਿਹਾ ਜਾਂਦਾ ਹੈ। ਜਿਵੇਂ ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ। ਇਹਨਾਂ ਕੁਛ ਚੀਜ਼ਾਂ ਦੇ ਆਨਸਰ ਤੁਸੀਂ ਐਗਜ਼ਾਮ ਦੇ ਵਿੱਚ ਅਗਰ ਪੜ੍ਹ ਕੇ ਨਹੀਂ ਗਏ ਤਾਂ ਖੁਦ ਉਚਾਰਨ ਕਰਕੇ ਵੀ ਆਨਸਰ ਦੇ ਸਕਦੇ ਹੋ। ਨੈਕਸਟ ਹੈ ਦੰਤੀ ਵਿਅੰਜਨ, ਜਿਨ੍ਹਾਂ ਸ਼ਬਦਾਂ ਦਾ, ਜਿਨ੍ਹਾਂ ਵਰਨਾਂ ਦਾ ਉਚਾਰਨ ਕਰਨ ਸਮੇਂ ਸਾਡੀ ਜੀਭ ਹੈ ਉਹ ਦੰਦਾਂ ਦੇ ਨਾਲ ਟੱਚ ਕਰੇ, ਉਸਨੂੰ ਦੰਤੀ ਵਿਅੰਜਨ ਕਿਹਾ ਜਾਂਦਾ ਹੈ। ਜਿਵੇਂ ਤੱਤਾ, ਥੱਥਾ, ਦੱਦਾ, ਧੱਦਾ ਤੇ ਨੰਨਾ। ਨੈਕਸਟ ਹੈ ਦੋ ਹੋਠੀ ਵਿਅੰਜਨ, ਉਹਨਾਂ ਵਰਨਾਂ ਦਾ ਜਾਂ ਤੁਸੀਂ ਅੱਖਰਾਂ ਦਾ ਉਚਾਰਨ ਕਰਨ ਸਮੇਂ ਜਦੋਂ ਸਾਡੇ ਹੋਠ ਨੇ ਉਹ ਕੀ ਹੋਣ, ਜੁੜਨ, ਉਹਨਾਂ ਨੂੰ ਦੋ ਹੋਠੀ ਵਿਅੰਜਨ ਕਿਵੇਂ ਕਿਹਾ ਜਾਂਦਾ ਹੈ? ਜਿਵੇਂ ਪੱਪਾ, ਫੱਫਾ, ਬੱਬਾ, ਪੱਬਾ, ਮੰਮਾ, ਠੀਕ ਹੈ। ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਐਕਟੀਵਿਟੀ ਸਾਡੇ ਹੋਠਾਂ ਦੇ ਉੱਤੇ ਆਵੇ ਉਸਨੂੰ ਦੋ ਹੋਠੀ ਵਿਅੰਜਨ ਕਿਹਾ ਜਾਂਦਾ ਹੈ। ਨੈਕਸਟ ਹੈ ਨਾਸਕੀ ਵਿਅੰਜਨ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਆਵਾਜ਼ ਨੱਕ ਦੇ ਵਿੱਚੋਂ ਆਏ, ਜਿਵੇਂ ਅੰਗਾ, ਇਆਂ, ਨਾਣਾ, ਨੰਨਾ, ਮੰਮਾ। ਜਿਹਦੀ ਜਿਹੜੀ ਆਵਾਜ਼ ਉਹ ਨੱਕ ਦੇ ਵਿੱਚੋਂ ਹੋਵੇ ਉਸਨੂੰ ਨਾਸਕੀ ਵਿਅੰਜਨ ਕਿਹਾ ਜਾਂਦਾ ਹੈ। ਬਾਕੀ ਬਚ ਗਏ ਸਾਡੇ ਜਿਨ੍ਹਾਂ ਦੇ ਪੈਰਾਂ ਦੇ ਥੱਲੇ ਬਿੰਦੀ ਪੈਂਦੀ ਹੈ, ਸੱਸੇ ਪੈਰ ਬਿੰਦੀ, ਸਾ ਬੋਲੇ, ਖਾ ਬੋਲੇ, ਗਾ ਬੋਲੇ, ਜਾ ਬੋਲੇ, ਫਾ ਬੋਲੇ ਤੇ ਲ ਬੋਲੇ, ਜਿਨ੍ਹਾਂ ਦੇ ਪਿੱਛੇ ਕੀ ਪੈਂਦੀ ਹੈ? ਬਿੰਦੀ ਪੈਂਦੀ ਹੈ। ਸੋ ਇਹ ਨੇ ਜੀ ਸਾਡੇ ਵਿਅੰਜਨ, ਡਿਫਰੈਂਟ ਵਿਅੰਜਨ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ। ਹੁਣ ਕਹਿੰਦੇ ਉਹ ਵਰਨ ਜਿਹੜੇ ਦੂਸਰੇ ਦੇ ਪੈਰਾਂ ਦੇ ਵਿੱਚ ਵੀ ਪੈ ਜਾਂਦੇ ਨੇ, ਕਿਹੜੇ ਕਿਹੜੇ ਨੇ? ਹਾਹਾ ਤੇ ਰਾਰਾ। ਜਿਵੇਂ ਸੈ, ਹਾਹਾ, ਜਿਵੇਂ ਆਪਾਂ ਕਹਿਣਾ ਹੋਵੇ ਪੈਰ ਦੇ ਵਿੱਚ ਰਾਰਾ ਪਾ ਦਿੰਦੇ ਆ, ਠੀਕ ਹੈ, ਤੇ ਥੱਲੇ ਛੋਟਾ ਜਿਹਾ ਹਾਹਾ ਪਾ ਦਿੰਦੇ ਆ। ਸੋ ਜਿਹੜੇ ਜੋ ਵਰਨ ਨੇ ਦੂਸਰੇ ਦੇ ਪੈਰਾਂ ਦੇ ਵਿੱਚ ਵੀ ਪੈਣ, ਉਹ ਕਿਹੜੇ ਨੇ? ਦੋ ਨੇ, ਕਿਹੜੇ ਕਿਹੜੇ ਨੇ? ਹਾਹਾ ਤੇ ਰਾਰਾ ਨੇ। ਸੋ ਅੱਗੇ ਆਪਾਂ ਨੈਕਸਟ ਕੁਐਸਚਨਸ ਦੇਖਾਂਗੇ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ, ਜੋ ਐਗਜ਼ਾਮ ਦੇ ਵਿੱਚ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਗਏ ਨੇ ਇਹਨਾਂ ਕਨਸੈਪਟਸ ਦੇ ਵਿੱਚੋਂ।
फर्स्ट क्वेश्चन है कहते भाषा किसनू कहा जाता है। सो फर्स्टली तुसी तुहाडे अगे ही जो क्वेश्चंस ने डिस्प्ले किए गए ने, फर्स्टली तुसी खुद आंसर करने की कोशिश करनी है जी। मैं देखा भाषा किसनू कहते हैं, कहते अपने भावां नू प्रगट करने दे संचार साधन नू की कहा जाता है, भाषा कहा जाता है। ऑप्शन 4 इज अ राइट आंसर। नैक्सट है कहते भाषा दी कितनी किस्मां हुंदियां ने। हुणे आपां पढ़िया सी कि भाषा दो तरीके की हुंदी है, मौखिक ते लिखती भाषा। ऑप्शन ए इज अ राइट आंसर। नैक्सट है कहते मौखिक भाषा केड़ी हुंदी है। देखो इसका आंसर मैनू नहीं लगता तुहानूं दस्सण दी भी लोड़ होवेगी। कहते मौखिक भाषा हुंदी है कि इन्हां दे विचों केड़ी मौखिक भाषा है। मैनू तो लगता है मोबाइल ते कीती जा रही गल की है साडी मौखिक भाषा है, दसो जदों असीं बोल के गलबात करते हैं। नैक्सट है कहते जी टैलीफोन राही असीं गलबात करते हो किहड़ी भाषा कहलाउंदी है, वो है जी ऑप्शन सेकंड, वो बोल चाल ज मौखिक भाषा कहलाउंदी है। ऑप्शन सेकंड इज अ राइट आंसर दिस क्वेश्चन। नैक्सट क्वेश्चन है जी साडा कहते जिहड़ी भाषा बच्चा अपने घर या परिवार या अपनी माँ तो सीखे उसनूं किहड़ी भाषा कहा जाता है। बहुत इंपॉर्टेंट है तो बहुत ईजी आंसर है इस क्वेश्चन का, मैं करवा चुकी हाँ। जिहड़ी भाषा बच्चा अपने घर तो सीखता है उसनूं की कहा जाता है, उसनूं मात भाषा कहा जाता है। ऑप्शन थर्ड इज अ राइट आंसर। नैक्सट क्वेश्चन है कहते पंजाब की राज भाषा किहड़ी है। देखो राज भाषा मैं हुणे तुहानूं दस के हटी हाँ, जो किसी राज की भाषा होवे उसनूं राज भाषा कहा जाता है। पंजाब दे विच फ्रीकुएंटली किहड़ी बोली जाती है, पंजाबी। सो पंजाबी राज भाषा है पंजाब दी। कहते अंतरराष्ट्रीय भाषा किहड़ी है, कहते इंटरनेशनल लैंग्वेज किहड़ी है साडे देश की। आंसर हो सॉरी इंटरनेशनल लैंग्वेज अंतरराष्ट्रीय भाषा किहड़ी है जिहड़ी सारे लोग बोल लैंदे ने, वो है जी अंग्रेजी। ऑप्शन बी इज अ राइट आंसर। नैक्सट कहते जिस भाषा की वरतों सरकारी कामकाज मीडिया के खेत्र सिक्ख्या आदि खेत्र में होवे उसनूं किहड़ी भाषा कहा जाता है। वेरी इंपॉर्टेंट है तुहाडे एग्जाम पॉइंट ऑफ व्यू नाल, बहुत बार इत्थे क्वेश्चन पूछा गया। उसनूं कहा जाता है टकसाली भाषा। ते पंजाब की टकसाली भाषा किहड़ी है, पंजाब की टकसाली भाषा है जी माझी भाषा। नैक्सट है कहते पंजाबी की टकसाली भाषा किहड़ी है, ऑलरेडी मैं दस चुकी हाँ, तो तुसीं आंसर कॉमेंट बॉक्स दे विच करोगे। नैक्सट है कहते इलाके के आधार पर बोली जाने वाली भाषा नूं कहते अलग अलग इलाके, जिवें हुण साडा इलाका हो गया माझा दुआबा मालवा पुआधा, कहते जिहड़ी भाषा इलाके के बेसिस के उत्ते बोली जाए उन्हां नूं की कहा जाता है। ये क्वेश्चन भी एग्जाम पॉइंट ऑफ व्यू नाल इंपॉर्टेंट है, बहुत बार एग्जाम दे विच होया है। उसनूं कहा जाता है उपभाषा, जिहड़ी भाषा इलाके के अकॉर्डिंग बोली जाती है। हुण उन्होंने पूछा कहते मोगा मानसा के इलाके में किहड़ी उपभाषा बोली जाती है। सबनों पता होएगा कि मोगा ते मानसा मालवा रीजन दे विच पैंदे ने, सो इत्थे की बोली जाएगी मलवई बोली जाएगी। ऑप्शन थर्ड इज अ राइट आंसर। नैक्सट है कहते माझी उपभाषा किहड़े किहड़े खेत्रां विच बोली जाती है। सो माझी किहड़ा पार्ट है, ये है जिहड़ा पाकिस्तान दे नाल लगदा है। उत्थे किहड़ियां किहड़ियां डिस्ट्रिक्ट्स ने, बटाला ते गुरदासपुर। ऑप्शन ए इज अ राइट आंसर। माझी भाषा बटाला ते गुरदासपुर दे विच बोली जाने वाली उपभाषा है। नैक्सट है कहते वावे दी थां बब्बा दी वरतों किस इलाके की पहचान कहलाउंदी है। ये वैसे रेयर आंदा है क्वेश्चन, थोड़ा डिफिकल्ट भी हो जाता है। वावे की जगह बब्बे की जिहड़ी वरतों है वो दुआबा रीजन वाले लोग करते हैं, बस तुसीं याद ही रखना है वो दुआबा रीजन वाले करते हैं। ऑप्शन फोर्थ इज अ राइट आंसर। नैक्सट है कहते जिला फरीदकोट बरनाला लुधियाना संगरूर। देखो सानू अगर किसी का नहीं ना पता, सानू लुधियाने का तो पता है, लुधियाना मलवई मालवा दे विच पैंदा है, सो दैट्स वाई उत्थे मलवई भाषा बोली जाएगी। नैक्सट है कहते दद्दे नूं कन्ना दा दे दियां आसबंधक किहड़ी उपभाषा का के की कियां कहा जाता है, किहड़ी भाषा दे नाल कहा जाता है। ये भी मलवई भाषा दे नाल कहा जाता है। ऑप्शन ए इज अ राइट आंसर। नैक्सट है कहते औरत शब्द लई मलवई भाषा केड़ा वरतदी है। औरत शब्द मलवई भाषा दे विच औरत शब्द नूं केड़े ऑपोजिट कह रही हाँ, केड़े सबस्टिट्यूट वर्ड दे नाल चेंज किया जाता है। सो आंसर होएगा ऑप्शन बी तीवी कहा जाता है। नैक्सट है कहते बच्चा शब्द नूं मुल्तानी भाषा बोली जाती है साडे पाकिस्तान दे विच। सो बच्चा शब्द नूं उत्थे की कहते हैं बछड़ा। ऑप्शन थर्ड इज अ राइट आंसर। उसनूं की कहा जाता है बछड़ा कहा जाता है। सो नैक्सट है जी साडा व्याकरण, ठीक है। ऑलरेडी आपां इह सब नूं इहदे विच अगे आ जाणगे अपनियां धुनियां व्यंजन धुनियां गुरमुखी वर्णमाला लगा मात्रावां, ठीक है। इहनूं आपां कल दे लैक्चर दे विच ही कवर करांगे, ठीक है।
ਸੋ ਇਹਦੇ ਨਾਲ ਦੇ ਪ੍ਰੀਵੀਅਸ ਈਅਰ ਕੁਐਸਚਨਸ ਹੋ ਜਾਣਗੇ। ਸੋ ਹੋਪਫੁਲੀ ਤੁਹਾਨੂੰ ਇੰਨਾ ਕੰਟੈਂਟ ਪੂਰੇ ਤਰੀਕੇ ਦੇ ਨਾਲ ਸਮਝ ਆ ਚੁੱਕਿਆ ਹੋਏਗਾ। ਬੋਲੀ ਭਾਸ਼ਾ ਸਵਰ ਵਿਅੰਜਨ ਕੀ ਹੁੰਦੇ ਨੇ ਤੇ ਉਹਦੇ ਕਿਸ ਤਰੀਕੇ ਦੇ ਨਾਲ ਐਗਜ਼ਾਮੀਨਰ ਤੁਹਾਨੂੰ ਕੁਐਸਚਨ ਪੁੱਛ ਸਕਦਾ ਹੈ। ਹੋਪਫੁਲੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਅਗਰ ਤੁਹਾਨੂੰ ਕਲਾਸ ਪਸੰਦ ਆਉਂਦੀ ਹੈ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਐਂਡ ਥੈਂਕ ਯੂ ਸੋ ਮਚ।